ਪਿਆਰੇ ਦੋਸਤੋ, ਅੱਜ ਜਿਸ ਵਿਸ਼ੇ ਤੇ ਆਪਾਂ ਗੱਲ ਕਰਨੀ ਆ, ਇਹ ਵਿਸ਼ਾ ਅੱਜ ਕੱਲ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਤਾਂ ਬਹੁਤ ਹੀ ਵਿਸ਼ੇਸ਼ ਬਣਿਆ ਹੋਇਆ ਹੈ। ਪਰ ਅਕਸਰ ਹੀ ਸਿਆਸੀ ਬੰਦੇ ਜਾਂ ਸਮਾਜ ਨਾਲ ਇੱਕ ਆਮ ਸਰੋਕਾਰ ਰੱਖਣ ਵਾਲੇ ਇੱਕ ਪ੍ਰਸ਼ਨ ਬਹੁਤ ਪੁੱਛਦੇ ਰਹਿੰਦੇ ਆ ਕਿ ਕੀ ਕਾਰਨ ਆ ਕਿ ਜਿਹੜੀਆਂ ਸਿੱਖਿਆ ਸੰਸਥਾਵਾਂ, ਸਰਕਾਰੀ ਸਿੱਖਿਆ ਸੰਸਥਾਵਾਂ, ਉਹ ਲਗਾਤਾਰ ਘਾਟੇ 'ਚ ਜਾ ਰਹੀਆਂ ਨੇ ਅਤੇ ਸਰਕਾਰ ਉਹਨਾਂ ਨੂੰ ਬੰਦ ਕਰਨ ਲੱਗੀ ਆ। ਅਧਿਆਪਕਾਂ ਨੂੰ, ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲ ਰਹੀਗੀ। ਦੂਸਰੇ ਪਾਸੇ ਜਿਹੜੀਆਂ ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ਆ, ਉਹ ਦਿਨ ਦੁੱਗਣੀ ਰਾਤ ਚੌਗਣੀ ਉੱਨਤੀ ਕਰਦੀਆਂ ਜਾ ਰਹੀਆਂ। ਉਹਨਾਂ ਦੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਖੜੀਆਂ ਹੋ ਰਹੀਆਂ ਹੈਗੀਆਂ। ਇਹਦਾ ਕੀ ਕਾਰਨ? ਤਾਂ ਅੱਜ ਜਿਹੜੀ ਆਪਣੀ ਗੱਲਬਾਤ ਆ, ਮੁੱਖ ਤੌਰ 'ਤੇ ਇਸ ਗੱਲ ਦੇ ਦੁਆਲੇ ਘੁੰਮੇਗੀ ਕਿ ਕੀ ਕਾਰਨ ਆ ਕਿ ਜਿਹੜੀਆਂ ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ਉਹ ਕਿਉਂ ਵੱਧ ਫੁੱਲ ਰਹੀਆਂ ਨੇ, ਸਰਕਾਰੀਆਂ ਦਾ ਬੁਰਾ ਹਾਲ ਕਿਉਂ ਹੁੰਦਾ ਜਾ ਰਿਹਾ ਹੈਗਾ। ਸਭ ਤੋਂ ਜਿਹੜੀ ਪਹਿਲੀ ਗੱਲ ਹੈਗੀ ਆ ਕਿ ਜਿਹੜੀ ਸਰਕਾਰੀ ਸੰਸਥਾਵਾਂ ਨੇ ਉਹ ਆਪਣੇ ਅਧਿਆਪਕਾਂ ਨੂੰ ਅਤੇ ਆਪਣੇ ਕਰਮਚਾਰੀਆਂ ਨੂੰ ਪੂਰੀ ਤਨਖਾਹ ਦਿੰਦੀਆਂ ਨੇ, ਜਿਹੜੀ ਤਨਖਾਹ ਉਹਨਾਂ ਦੀ ਯੋਗਤਾ ਅਨੁਸਾਰ ਬਣਦੀ ਆ। ਸਾਰੇ ਅਧਿਆਪਕਾਂ 'ਤੇ ਕੇਂਦਰੀ ਜਿਹੜੀ ਸਰਕਾਰ ਆ, ਉਹਦਾ ਇੱਕ ਬਣਾਏ ਹੋਏ ਅਦਾਰੇ UGC ਵੱਲੋਂ ਜਿਹੜੇ ਪੇ ਸਕੇਲ ਨਿਰਧਾਰਿਤ ਕੀਤੇ ਜਾਂਦੇ ਆ, ਉਹ ਹੀ ਉਹਨਾਂ 'ਤੇ ਲਾਗੂ ਹੁੰਦੇ ਆ। ਪੰਜਾਬ ਸਰਕਾਰ ਉਹਨਾਂ ਨੂੰ ਅਡਾਪਟ ਕਰਦੀ ਆ। ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਪੰਜਾਬ ਸਰਕਾਰ ਦੇ ਤਨਖਾਹ ਕਮਿਸ਼ਨ ਅਨੁਸਾਰ ਹੁਣ ਤੋਂ ਕੁਝ ਸਾਲ ਪਹਿਲਾਂ ਤੱਕ ਪੂਰੀਆਂ ਤਨਖਾਹਾਂ ਮਿਲਦੀਆਂ ਸੀ। ਦੂਸਰੇ ਪਾਸੇ ਜਿਹੜੀਆਂ ਪ੍ਰਾਈਵੇਟ ਸੰਸਥਾਵਾਂ ਉਹ ਘੱਟ ਤਨਖਾਹ 'ਤੇ ਮੁਲਾਜ਼ਮਾਂ ਨੂੰ ਘੱਟ ਸਮੇਂ ਲਈ, ਘੱਟ ਤਨਖਾਹ 'ਤੇ ਅਧਿਆਪਕਾਂ ਨੂੰ ਘੱਟ ਸਮੇਂ ਲਈ ਰੱਖਦੀਆਂ ਹਨ। ਇਹ ਇੱਕ ਵੱਡਾ ਕਾਰਨ ਆ। ਤਾਂ ਹੁਣ ਅਸਲ ਗੱਲ ਇਹ ਆ ਕਿ ਜਿਹੜੀ ਇੱਕ ਅਧਿਆਪਕ ਦੀ ਗੌਰਵਸ਼ਾਲੀ, ਉਸ ਦੀ ਯੋਗਤਾ ਅਨੁਸਾਰ, ਉਸ ਦੀ ਲੋੜ ਅਨੁਸਾਰ, ਉਸ ਦੇ ਜੀਵਨ ਮਿਆਰਾਂ ਨੂੰ ਕਾਇਮ ਰੱਖਣ ਲਈ ਜਿਹੜੀ ਤਨਖਾਹ ਬਣਦੀ ਆ ਉਹ ਦੇਣੀ ਬਣਦੀ ਹੈ। ਪਰ ਉਲਟਾ ਹੋ ਕੀ ਰਿਹਾ ਹੈ ਕਿ ਜਿਹੜੀਆਂ ਪ੍ਰਾਈਵੇਟ ਸੰਸਥਾਵਾਂ ਉਹ ਬੁਰੀ ਤਰ੍ਹਾਂ ਅਧਿਆਪਕਾਂ ਦਾ ਸ਼ੋਸ਼ਣ ਕਰ ਰਹੀਆਂ। ਉਹ ਸ਼ੋਸ਼ਣ ਸਿਰਫ ਇੰਨਾ ਹੀ ਨਹੀਂ ਕਰ ਰਹੀਆਂ ਕਿ ਘੱਟ ਤਨਖਾਹ 'ਤੇ ਕੰਮ ਕਰਾ ਰਹੀਆਂ, ਸਗੋਂ ਉਹਨਾਂ ਨੂੰ ਆਮ ਕਰਕੇ 2 ਸਮੈਸਟਰਾਂ ਦੇ ਲਈ ਰੱਖਦੀਆਂ। ਦੋਹਾਂ ਸਮੈਸਟਰਾਂ ਦੇ ਦਰਮਿਆਨ ਉਹਨਾਂ ਨੂੰ ਰਿਲੀਵ ਕਰ ਦਿੰਦੀਆਂ ਲਗਭਗ 8 ਮਹੀਨੇ। ਕੀ ਬਾਕੀ ਜਿਹੜੇ 4 ਮਹੀਨੇ ਆ ਉਹਨਾਂ ਦੇ ਘਰ ਰਾਸ਼ਨ ਨਹੀਂ ਆਉਂਦਾ? ਕੀ ਉਹਨਾਂ ਨੇ ਮਕਾਨ ਦਾ ਕਿਰਾਇਆ ਨਹੀਂ ਦੇਣਾ? ਕੀ ਬਿਜਲੀ ਦਾ ਬਿੱਲ ਨਹੀਂ ਆਉਂਦਾ? ਕੀ ਪਾਣੀ ਦਾ ਬਿੱਲ ਨਹੀਂ ਆਉਂਦਾ? ਪਹਿਲੀ ਗੱਲ ਤਾਂ ਇਹ ਕਿ ਪ੍ਰਾਈਵੇਟ ਸੰਸਥਾਵਾਂ ਅਧਿਆਪਕਾਂ ਦਾ, ਮੁਲਾਜ਼ਮਾਂ ਦਾ ਵੱਡੀ ਪੱਧਰ 'ਤੇ ਸ਼ੋਸ਼ਣ ਕਰਦੀਆਂ। ਹਾਲਾਤ ਹੁਣ ਇਹ ਬਣ ਗਏ ਕਿ ਸਰਕਾਰ ਵੀ ਇਸੇ ਤਰ੍ਹਾਂ ਦੇ ਸ਼ੋਸ਼ਣ ਦੇ ਰਾਹ ਪੈ ਗਈ ਹੈ। ਜਿਹੜਾ 3 ਸਾਲ ਦੀ ਪ੍ਰੋਬੇਸ਼ਨ ਬੇਸਿਕ ਤਨਖਾਹ 'ਤੇ ਰੱਖਣਾ, ਇਹ ਇੱਕ ਤਰ੍ਹਾਂ ਨਾਲ ਸ਼ੋਸ਼ਣ ਵੱਲ ਵੱਧਦੇ ਕਦਮ ਹੀ ਆ। ਇਸੇ ਤਰ੍ਹਾਂ ਹੀ ਕਿ ਨਵੇਂ ਪੇ ਸਕੇਲ ਜਿਹੜੇ ਉਹਨਾਂ ਦੇ ਬਣਦੇ ਪੇ ਸਕੇਲ ਆ ਉਹ ਲਾਗੂ ਨਾ ਕਰਨੇ, ਮਹਿੰਗਾਈ ਭੱਤਾ ਨਾ ਦੇਣਾ ਜਾਂ ਲੇਟ ਕਰ ਦੇਣਾ, ਜਾਂ ਉਸ ਮਹਿੰਗਾਈ ਭੱਤੇ ਦਾ ਬਕਾਇਆ ਨਾ ਦੇਣਾ, ਜਾਂ ਉਸ 'ਤੇ ਫਿਰ ਵਿਆਜ ਨਾ ਦੇਣਾ। ਇਹ ਸਾਰੀਆਂ ਸਰਕਾਰ ਵੀ ਉਹਨਾਂ ਰਾਹਾਂ 'ਤੇ ਚੱਲ ਪਈ ਆ ਜਿਹੜਿਆਂ ਰਾਹਾਂ 'ਤੇ ਪ੍ਰਾਈਵੇਟ ਅਦਾਰੇ ਚੱਲ ਰਹੇ ਆ। ਸੋ ਪਹਿਲਾਂ ਉਹ ਪੈਸੇ ਦੀ ਵੱਡੀ ਬੱਚਤ ਇਸ ਗੱਲ ਨਾਲ ਕਰਦੇ ਆ ਕਿ ਉਹ ਅਧਿਆਪਕਾਂ 'ਤੇ ਮੁਲਾਜ਼ਮਾਂ ਦਾ ਸ਼ੋਸ਼ਣ ਕਰਦੇ ਆ। ਅਧਿਆਪਕਾਂ ਤੋਂ ਗੈਰ ਅਧਿਆਪਨ ਅਮਲੇ ਦਾ ਕੰਮ ਵੀ ਲੈਂਦੇ ਨੇ। ਦੂਜੀ ਜਿਹੜੀ ਗੱਲ ਹੈਗੀ ਆ ਕਿ ਜਿਹੜੀਆਂ ਪ੍ਰਾਈਵੇਟ ਸੰਸਥਾਵਾਂ ਨੇ ਉਹ ਸਰਕਾਰੀ ਸੰਸਥਾਵਾਂ ਦੇ ਮੁਕਾਬਲੇ ਵਧੇਰੇ ਫੀਸਾਂ ਲੈਂਦੀਆਂ ਨੇ। ਜਿਹੜੀਆਂ ਸਰਕਾਰੀ ਸੰਸਥਾਵਾਂ ਉਹ ਫੀਸਾਂ ਵੀ ਘੱਟ ਲੈਂਦੀਆਂ ਨੇ ਅਤੇ ਉਸ ਤੋਂ ਵੀ ਅੱਗੇ ਉਹ ਬਹੁਤ ਸਾਰੇ ਵਿਦਿਆਰਥੀਆਂ ਦੀਆਂ ਫੀਸਾਂ ਮਾਫ ਕਰਦੀਆਂ ਨੇ। ਲਗਭਗ ਸਾਰੇ SC ਵਰਗ ਦੀਆਂ ਫੀਸਾਂ ਜਿਹੜੀਆਂ ਉਹ ਨਹੀਂ ਲੈਂਦੇ। ਪਹਿਲਾਂ ਉਹਨਾਂ ਦੀ ਭਰਪਾਈ, ਪਹਿਲਾਂ ਉਹਨਾਂ ਦੀ ਕੰਪਨਸੇਸ਼ਨ ਸਰਕਾਰ ਦੇ ਦਿੰਦੀ ਸੀ। ਹੁਣ ਸਰਕਾਰ ਵੱਖ-ਵੱਖ ਕਾਰਨਾਂ ਕਰਕੇ ਉਹ ਕੰਪਨਸੇਸ਼ਨ ਵੀ ਨਹੀਂ ਦਿੰਦੀ।
ਜੇ ਮਾਂ ਪਿਓ ਦੀ ਆਮਦਨ ਇੱਕ ਖਾਸ ਪੱਧਰ ਤੋਂ ਵੱਧ ਗਈ ਤਾਂ ਉਹਨਾਂ ਨੂੰ ਕੰਪਨਸੇਸ਼ਨ ਨਹੀਂ ਦੇਣੀ ਗੀ। ਜੇ ਕਿਤੇ ਕੋਈ ਗਲਤ ਐਂਟਰੀ ਹੋ ਗਈ ਤਾਂ ਉਹਨਾਂ ਦੀ ਨਹੀਂ ਹੋਣੀ। ਉਹਦੇ ਉਲਟ ਜਿੰਨੀ ਦੇਰ ਤਾਂ ਸਰਕਾਰ ਨੇ ਐਸਸੀ ਵਿਦਿਆਰਥੀਆਂ ਨੂੰ ਸਾਰੀ ਦੀ ਸਾਰੀ ਫੀਸ ਸੰਬੰਧਿਤ ਪ੍ਰਾਈਵੇਟ ਵਿਦਿਅਕ ਅਦਾਰਿਆਂ ਨੂੰ ਦਿੰਦੇ ਰਹੇ, ਉਨੀ ਦੇਰ ਤਾਂ ਉਹਨਾਂ ਨੇ ਰੱਜ ਕੇ ਐਸਸੀ ਵਿਦਿਆਰਥੀ ਭਰਤੀ ਕੀਤੇ। ਅਤੇ ਮੈਨੂੰ ਇਹ ਕਹਿਣ ਵਿੱਚ ਕੋਈ ਸੰਕੋਚ ਨਹੀਂ ਕਿ ਜੇ ਇਹ ਵਿਦਿਆਰਥੀ ਵੀ ਭਰਤੀ ਕਰ ਲਏ ਜਿਹੜੇ ਵਿਦਿਆਰਥੀ ਕਿਤੇ ਪੜ੍ਹਦੇ ਹੀ ਨਹੀਂ ਸੀ, ਉਹਨਾਂ ਨੇ ਇਹ ਵੱਡਾ ਫਰਾਡ ਕੀਤਾ। ਪਰ ਉਸ ਤੋਂ ਅੱਗੇ ਕਿ ਜਦੋਂ ਸਰਕਾਰ ਨੇ ਹੱਥ ਪਿੱਛੇ ਖਿੱਚ ਲਿਆ ਤਾਂ ਬਕਾਏ ਵੀ ਕਿਹੜੀਆਂ ਸੰਸਥਾਵਾਂ ਨੂੰ ਮਿਲੇ, ਜਿਹੜੀਆਂ ਸੰਸਥਾਵਾਂ ਨੇ ਪ੍ਰਾਈਵੇਟ ਸੰਸਥਾਵਾਂ ਨੇ ਪਿੱਛੇ ਪੈ ਕੇ ਲੈ ਲਿਆ। ਮੈਂ ਕਿਸੇ ਵਿਸ਼ੇਸ਼ ਮੰਤਰੀ ਦਾ ਨਾਂ ਨਹੀਂ ਲੈਣਾ ਚਾਹੁੰਦਾ, ਉਹ ਘਪਲੇ ਦਾ ਸਾਰਿਆਂ ਨੂੰ ਪਤਾ ਹੈ। ਪ੍ਰਾਈਵੇਟ ਸੰਸਥਾਵਾਂ ਪਹਿਲਾਂ ਤਾਂ ਕਮਜ਼ੋਰ ਵਰਗ ਨੂੰ, ਐਸਸੀ ਵਰਗ ਨੂੰ ਦਾਖਲਾ ਹੀ ਨਹੀਂ ਦਿੰਦੀਆਂ। ਜੇ ਦਾਖਲਾ ਦਿੰਦੀਆਂ ਤਾਂ ਉਹਨਾਂ ਤੋਂ ਪਹਿਲਾਂ ਫੀਸ ਭਰਾਉਂਦੀਆਂ ਨੇ। ਉਸ ਹਾਲਤ ਵਿੱਚ ਉਹਨਾਂ ਦੀ ਫੀਸ ਨਹੀਂ ਮਰਦੀ, ਜਦੋਂ ਕਿ ਜਿਹੜੇ ਸਰਕਾਰੀ ਅਦਾਰੇ ਨੇ ਉਹਨਾਂ ਦੀਆਂ ਫੀਸਾਂ ਵੈਸੇ ਵੀ ਘੱਟ ਨੇ ਅਤੇ ਐਸਸੀ ਬੱਚਿਆਂ ਤੋਂ ਇਲਾਵਾ ਉਹ ਬਾਕੀ ਵਰਗਾਂ ਨੂੰ ਵੀ ਬਹੁਤ ਛੋਟਾਂ ਦਿੰਦੀਆਂ ਨੇ ਵੱਖ-ਵੱਖ ਨਿਯਮਾਂ ਅਧੀਨ, ਇਉਂ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੀਆਂ। ਸੋ ਇੱਕ ਪਾਸੇ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਤਨਖਾਹ ਵਧੇਰੇ ਦਿੰਦੀਆਂ ਸਰਕਾਰੀ ਸੰਸਥਾਵਾਂ, ਵਿਦਿਆਰਥੀਆਂ ਤੋਂ ਫੀਸਾਂ ਘੱਟ ਲੈਂਦੀਆਂ ਨੇ। ਇਹਦੇ ਉਲਟ ਪ੍ਰਾਈਵੇਟ ਕੀ ਕਰਦੇ ਨੇ ਕਿ ਅਧਿਆਪਕਾਂ ਦਾ ਅਤੇ ਕਰਮਚਾਰੀਆਂ ਦਾ ਖੂਨ ਨਿਚੋੜਦੇ ਨੇ, ਉਹਨਾਂ ਦਾ ਸ਼ੋਸ਼ਣ ਕਰਦੇ ਨੇ, ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਦਿੰਦੇ। ਦੂਜੇ ਪਾਸੇ ਵਧੇਰੇ ਉਹਨਾਂ ਨੂੰ ਫੀਸਾਂ ਅਗਰਾਉਂਦੇ ਨੇ ਅਤੇ ਜਿਹੜੇ ਕਮਜ਼ੋਰ ਵਰਗਾਂ ਦੇ ਵਿਦਿਆਰਥੀ ਨੇ ਉਹਨਾਂ ਨੂੰ ਸਿੱਖਿਆ ਤੋਂ ਜਵਾਬ ਦੇ ਦਿੰਦੇ ਆ। ਜਿਹੜੀ ਤੀਜੀ ਗੱਲ ਕਰਦੇ ਨੇ, ਤੀਜੀ ਗੱਲ ਉਹ ਇਹ ਕਰਦੇ ਨੇ ਕਿ ਉਹ ਉਹੀ ਕੋਰਸ ਚਲਾਉਂਦੇ ਨੇ ਜਿਹੜੇ ਕੋਰਸਾਂ ਦੀ ਮਾਰਕੀਟ ਵਿੱਚ ਮੰਗ ਹੋਵੇ, ਜਿਨ੍ਹਾਂ ਦੀ ਡਿਮਾਂਡ ਹੋਵੇ। ਜੇ ਬੀਐਡ ਦੀ ਡਿਮਾਂਡ ਆ ਤਾਂ ਉਹਨਾਂ ਨੇ ਬੀਐਡ ਖੋਲ੍ਹ ਲੈਣੀ ਹੈ, ਜੇ ਇੰਜੀਨੀਅਰਿੰਗ ਕਾਲਜਾਂ ਦੀ ਡਿਮਾਂਡ ਆ ਤਾਂ ਇੰਜੀਨੀਅਰਿੰਗ ਕਾਲਜ ਖੋਲ੍ਹ ਲੈਣੇ। ਅਤੇ ਜਦੋਂ ਹੀ ਲੱਗਦਾ ਕਿ ਇਹ ਘਾਟੇ ਬੰਦਾ ਸੌਦਾ ਹੋ ਗਿਆ, ਉਹਨਾਂ ਨੇ ਤੁਰੰਤ ਦੁਕਾਨ ਬੰਦ ਕਰ ਦੇਣੀ ਹੈ, ਕਿਉਂਕਿ ਉਹ ਕੋਈ ਵਿੱਦਿਅਕ ਅਦਾਰੇ ਨਹੀਂ, ਉਹ ਦੁਕਾਨਾਂ ਨੇ। ਜਿਹੜੀਆਂ ਸਰਕਾਰੀ ਸੰਸਥਾਵਾਂ ਨੇ ਉਹ ਬਹੁਤ ਸਾਰੇ ਅਜਿਹੇ ਕੋਰਸ ਵੀ ਚਲਾਉਂਦੀਆਂ ਜਿਹੜੀਆਂ ਸਮਾਜ ਨੂੰ ਤੁਰੰਤ ਕਮਾਈ ਕਰਕੇ ਨਹੀਂ ਦੇ ਸਕਦੇ ਕੋਰਸ, ਪਰ ਉਹ ਸਮਾਜ ਦੇ ਸੱਭਿਆਚਾਰ ਦੇ ਵਿਕਾਸ ਲਈ, ਚੰਗੇ ਨਾਗਰਿਕ ਪੈਦਾ ਕਰਨ ਲਈ, ਸਮਾਜ ਦੀ ਸੱਭਿਆਚਾਰ ਦੀ, ਸੱਭਿਅਤਾ ਦੀ ਉਸਾਰੀ ਲਈ, ਗਿਆਨ ਦੇ ਲਈ, ਇਤਿਹਾਸ ਦੇ ਲਈ ਉਹਨਾਂ ਸਬਜੈਕਟਾਂ ਦਾ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਉਦਾਹਰਨ ਦੇ ਤੌਰ 'ਤੇ ਅੱਜ ਸੰਸਕ੍ਰਿਤ, ਫਾਰਸੀ, ਅਰਬੀ ਪੜ੍ਹਾਉਣ ਦਾ ਕੀ ਫਾਇਦਾ ਹੈ? ਕਿਉਂਕਿ ਅਸੀਂ ਦੂਸਰੇ ਦੇਸ਼ਾਂ ਨਾਲ ਗੱਲਬਾਤ ਕਰਨੀ ਚਾਹੁੰਦੇ ਹਾਂ, ਕਿਉਂਕਿ ਅਸੀਂ ਆਪਣੇ ਧਰੋਹਰ ਨਾਲ, ਆਪਣੇ ਵਿਰਸੇ ਨਾਲ ਜੁੜਨਾ ਚਾਹੁੰਦੇ ਹਾਂ, ਕਿਉਂਕਿ ਅਸੀਂ ਗਿਆਨ ਦੀਆਂ ਖਿੜਕੀਆਂ ਖੁੱਲ੍ਹੀਆਂ ਰੱਖਣੀਆਂ ਚਾਹੁੰਦੇ ਹਾਂ। ਪਰ ਪ੍ਰਾਈਵੇਟ ਅਦਾਰੇ ਅਜਿਹਾ ਕੋਈ ਕੋਰਸ ਨਹੀਂ ਚਲਾਉਂਦੇ ਕਿ ਜਿਹਦੇ ਵਿੱਚ ਬੱਚੇ ਘੱਟ ਹੋਣ ਅਤੇ ਅਧਿਆਪਕਾਂ ਨੂੰ ਤਨਖਾਹ ਦੇਣੀ ਪਵੇ, ਉਹ ਕੋਰਸ ਹੀ ਨਹੀਂ ਚਲਾਉਂਦੇ। ਜੇ ਕੋਰਸ ਕੋਈ ਚੱਲਦਾ ਕੋਰਸ ਜਿਹੜਾ ਕਮਾਈ ਕਰ ਰਿਹਾ, ਉਹ ਜੇ ਕਮਾਈ ਕਰਨੀ ਬੰਦ ਕਰ ਦਿੰਦਾ ਤਾਂ ਨਾਲ ਦੀ ਨਾਲ ਹੀ ਉਹ ਕੋਰਸ ਵੀ ਬੰਦ ਕਰ ਦਿੰਦੇ। ਇਹਨਾਂ ਦੀ ਸਮਾਜਿਕ ਜ਼ਿੰਮੇਵਾਰੀ ਕੋਈ ਨਹੀਂ। ਔਰ ਉਸ ਤੋਂ ਅਗਲੀ ਗੱਲ ਕਿ ਜਿਹੜੀਆਂ ਇਹ ਪ੍ਰਾਈਵੇਟ ਸੰਸਥਾਵਾਂ ਨੇ ਉਹ ਇਹ ਤਾਂ ਘੱਟ ਤਨਖਾਹ ਦੇਣੀ, ਵੱਧ ਫੀਸਾਂ ਲੈਣੀਆਂ, ਉਹ ਕੋਰਸ ਬੰਦ ਕਰ ਦੇਣੇ ਕਿ ਜਿਹੜੀ ਕਮਾਈ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਉਹ ਝੂਠੀ ਐਡਵਰਟਾਈਜ਼ਮੈਂਟ ਵੀ ਕਰਦੇ। ਝੂਠੀ ਐਡਵਰਟਾਈਜ਼ਮੈਂਟ ਕਿਸ ਤਰ੍ਹਾਂ ਕਰਦੇ ਆ ਕਿ ਉਹ ਗਿਣਵੇਂ ਚੁਣਵੇਂ ਕਮਰਿਆਂ ਦੀਆਂ, ਗਿਣਵੇਂ ਚੁਣਵੇਂ ਫਰੰਟ ਦੇ ਲੇਆਊਟ ਦੀਆਂ ਉਹ ਫੋਟੋਆਂ ਪਾਉਂਦੇ ਨੇ, ਦਲਾਲ ਰੱਖਦੇ ਨੇ ਕਿ ਜਿਨ੍ਹਾਂ ਨੂੰ ਭਰਤੀ ਕਰਨ ਲਈ ਦੂਜੇ ਸੂਬਿਆਂ ਦੇ ਵਿੱਚੋਂ, ਦੂਜੇ ਦੇਸ਼ਾਂ ਦੇ ਵਿੱਚੋਂ ਉਹ ਦਲਾਲ ਭਰਤੀ ਕਰਕੇ ਲਿਆਉਂਦੇ। ਉਹ ਫੀਸ ਦੇ ਵਿੱਚੋਂ ਪੈਸਾ ਰੱਖਦੇ ਆ। ਉਹ ਦਲਾਲ ਸਿਸਟਮ ਉਹਨਾਂ ਨੇ ਚਲਾਇਆ ਹੋਇਆ ਕਿ ਜਿਹਦੇ ਨਾਲ ਉਹ ਵਿਦਿਆਰਥੀਆਂ ਨੂੰ ਭਰਤੀ ਕਰਦੇ ਨੇ। ਉਹ ਝੂਠੇ ਸਬਜ਼ ਬਾਗ ਦਿਖਾਉਂਦੇ ਆ, ਉਹ ਝੂਠੀਆਂ ਰੈਂਕਿੰਗ ਦਿਖਾਉਂਦੇ ਆ। ਰੈਂਕਿੰਗ ਦੇ ਲਈ ਕੋਈ ਵੀ ਜਿਹੜਾ ਸਰਕਾਰੀ ਅਦਾਰੇ ਦਾ ਮੁਲਾਜ਼ਮ ਆ, ਉਹ ਕੋਈ ਵੀ ਜਿਹੀ ਚੀਜ਼ ਆਪਦੇ ਅਦਾਰੇ ਦੀ ਉਹਨਾਂ ਚਿਰ ਦਰਜ ਨਹੀਂ ਕਰਦਾ ਜਿੰਨੀ ਦੇਰ ਉਹ ਸੱਚੀ ਨਾ ਹੋਵੇ। ਪਰ ਇਹ ਅਦਾਰੇ ਆ ਜਿਹੜੇ ਪ੍ਰਾਈਵੇਟ ਅਦਾਰੇ ਆ, ਇਹ ਝੂਠੀਆਂ ਰਿਪੋਰਟਾਂ ਪੇਸ਼ ਕਰਦੇ ਆ। ਝੂਠੀਆਂ ਰਿਪੋਰਟਾਂ ਹੀ ਨਹੀਂ ਪੇਸ਼ ਕਰਦੇ, ਉਸ ਤੋਂ ਵੀ ਅੱਗੇ ਜਾਂਦੇ ਨੇ। ਇਹ ਜਾਅਲੀ ਪਲੇਸਮੈਂਟ ਡਰਾਈਵਸ ਚਲਾਉਂਦੇ ਨੇ ਕਿ ਕਿਸੇ ਕੰਪਨੀ ਨੂੰ ਬੁਲਾ ਲਿਆ, ਉਹਨਾਂ ਨੂੰ ਕਹਿਤਾ ਕਿ ਸਾਰੇ ਵਿਦਿਆਰਥੀਆਂ ਨੂੰ ਤੁਸੀਂ ਪਲੇਸਮੈਂਟ ਦੇ ਦਿਓ, ਉਹਦੇ ਵੱਟੇ ਅਸੀਂ ਤੁਹਾਡੀ ਆਹ ਸੇਵਾ ਕਰਦੇ ਹਾਂ, ਆਹ ਤੁਹਾਨੂੰ ਚੀਜ਼ ਦਿੰਦੇ ਹਾਂ, ਤੁਸੀਂ ਇੱਕ ਵਾਰ ਇਹਨਾਂ ਨੂੰ ਅਪਾਇੰਟਮੈਂਟ ਲੈਟਰ ਦੇ ਜਾਓ। ਔਰ ਉਸ ਤੋਂ ਬਾਅਦ
ਇਹਨਾਂ ਤੋਂ ਕੰਮ ਕਰਾ ਕੇ ਵੇਖ ਲਓ, ਜੇ ਕੰਮ ਠੀਕ ਕਰਦੇ ਹੋਏ ਜੋ ਪੈਸਾ ਦੇਣਾ ਹੋਇਆ ਦੇ ਦਿਓ ਜੋ। ਇੱਕ ਵਾਰ ਤੁਸੀਂ ਇਹਨਾਂ ਦੇ ਪੈਕੇਜ ਦੱਸ ਦਿਓ। ਅਖਬਾਰਾਂ 'ਚ ਖਬਰਾਂ ਲੱਗ ਜਾਂਦੀਆਂ ਨੇ, ਪਰ ਵਿਦਿਆਰਥੀਆਂ ਨੂੰ ਪਹਿਲਾਂ ਤਾਂ ਜੁਆਇਨ ਹੀ ਨਹੀਂ ਕਰਾਇਆ ਜਾਂਦਾ। ਜੁਆਇਨ ਕਰਾਇਆ ਜਾਂਦਾ ਤਾਂ ਨਿਰਧਾਰਤ ਤਨਖਾਹ ਨਹੀਂ ਦਿੱਤੀ ਜਾਂਦੀ। ਅੱਗੇ ਵੀ ਉਹ ਪ੍ਰਾਈਵੇਟ ਅਦਾਰੇ ਹੁੰਦੇ, ਉਹ ਪਲੇਸਮੈਂਟ ਵਾਲੇ, ਸਰਕਾਰ ਤਾਂ ਉੱਥੇ ਪਲੇਸਮੈਂਟ ਕਰਨ ਆਉਂਦੀ ਨਹੀਂ। ਤਾਂ ਮਿਲੀ ਭੁਗਤ ਦੇ ਨਾਲ ਇਹ ਗੋਰਖ ਧੰਦਾ ਚੱਲਦਾ ਹੈ। ਸੋ ਝੂਠੀ ਐਡਵਰਟਾਈਜ਼ਮੈਂਟ, ਜਾਲੀ ਢੰਗ ਨਾਲ ਵਰਗਲਾ ਕੇ, ਕਮਿਸ਼ਨ ਦੇ ਕੇ, ਵੱਖ-ਵੱਖ ਦਲਾਲਾਂ ਦੇ ਰਾਹੀਂ ਵਿਦਿਆਰਥੀਆਂ ਨੂੰ ਭਰਤੀ ਕਰਨਾ, ਇਹ ਮਾਲ ਪ੍ਰੈਕਟਿਸ ਇੱਥੇ ਹੀ ਨਹੀਂ ਰੁਕਦੀ। ਇਹ ਮਾਲ ਪ੍ਰੈਕਟਿਸ ਇਦੋਂ ਅੱਗੇ ਵੀ ਚੱਲਦੀ ਹੈ ਕਿ ਬਹੁਤ ਸਾਰੇ ਜਿਹੜੇ ਪ੍ਰਾਈਵੇਟ ਅਦਾਰੇ ਹੈ ਉਹ ਕਿਸੇ ਵਿਦਿਆਰਥੀ ਨੂੰ ਫੇਲ ਨਹੀਂ ਕਰਦੇ, ਜਦੋਂ ਕਿ ਸਰਕਾਰੀ ਅਦਾਰਿਆਂ ਦੇ ਵਿੱਚ ਪਰਫਾਰਮੈਂਸ ਦੇ ਆਧਾਰ 'ਤੇ ਜੇ ਵਿਦਿਆਰਥੀ ਫੇਲ ਹੁੰਦਾ ਤਾਂ ਅਧਿਆਪਕ ਉਹਨਾਂ ਨੂੰ ਫੇਲ ਕਰ ਦਿੰਦੇ ਆ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਸਾਡੀ ਤਨਖਾਹ ਇਹਨਾਂ ਦੇ ਫੇਲ ਪਾਸ 'ਤੇ ਨਹੀਂ ਜੁੜੀ। ਸਾਡੀ ਤਨਖਾਹ, ਸਾਡਾ ਮੰਤਵ ਆ ਪੜ੍ਹਾਉਣਾ ਅਤੇ ਵਿੱਦਿਆ ਦਾ ਮਿਆਰ ਕਾਇਮ ਰੱਖਣਾ। ਜਦੋਂ ਕਿ ਅਜਿਹੇ ਅਦਾਰੇ ਕੀ ਕਰਦੇ ਕਿ ਕਹਿੰਦੇ ਕਿ ਦੇਖੋ ਬੱਚੇ ਤਾਂ ਆਉਣਗੇ ਜੇ ਬੱਚੇ ਪਾਸ ਹੋਣਗੇ। ਬੱਚੇ ਪਾਸ ਕਰਨਾ ਅਧਿਆਪਕ ਦੀ ਜ਼ਿੰਮੇਵਾਰੀ ਆ, ਤੁਸੀਂ ਚੰਗੀ ਤਰ੍ਹਾਂ ਪੜ੍ਹਾਓ, ਇਸ ਗੱਲ ਦੀ ਬਜਾਏ ਚੰਗੇ ਨਤੀਜੇ ਦਿਖਾਓ। ਅਤੇ ਚੰਗੇ ਨਤੀਜੇ ਦਿਖਾਉਣ ਲਈ ਕੀ ਹੈਗੇ, ਬਹੁਤ ਸਾਰੇ ਜਿਹੜੇ ਆਟੋਨੋਮਸ ਕਾਲਜ ਨੇ, ਬਹੁਤ ਸਾਰੀਆਂ ਜਿਹੜੀਆਂ ਯੂਨੀਵਰਸਿਟੀਆਂ ਖੁਦ ਡਿਗਰੀ ਦੇ ਸਕਦੀਆਂ, ਜਿਨ੍ਹਾਂ ਦਾ ਖੁਦ ਦਾ ਐਗਜ਼ਾਮੀਨੇਸ਼ਨ ਸਿਸਟਮ ਹੈਗਾ। ਪ੍ਰਾਈਵੇਟ ਅਦਾਰੇ, ਉਹਨਾਂ ਦੇ ਵਿੱਚ ਸ਼ਰੇਆਮ ਮਾਲ ਪ੍ਰੈਕਟਿਸ ਹੁੰਦੀ ਹੈ। ਇਹ ਮਾਲ ਪ੍ਰੈਕਟਿਸ ਇੱਥੋਂ ਤੱਕ ਵੀ ਹੈ ਕਿ ਪਿਛਲੇ ਡੇਟਾਂ ਦੇ ਵਿੱਚ ਰਜਿਸਟਰਾਂ ਦੇ ਢਿੱਡ ਭਰ ਕੇ, ਪਿਛਲੀਆਂ ਡੇਟਾਂ ਦੇ ਵਿੱਚ ਰਜਿਸਟਰਾਂ ਦੇ ਢਿੱਡ ਭਰ ਕੇ ਖਾਲੀ ਉਹਨਾਂ ਦੀਆਂ ਹਾਜ਼ਰੀਆਂ ਦਿਖਾਈਆਂ ਜਾਂਦੀਆਂ, ਉਹਨਾਂ ਨੂੰ ਪ੍ਰੋਫੈਸ਼ਨਲ ਡਿਗਰੀਆਂ ਵੀ ਦਿੱਤੀਆਂ ਜਾਂਦੀਆਂ ਹੈਗੀਆਂ। ਤਾਂ ਮਾਲ ਪ੍ਰੈਕਟਿਸ ਕਾਰਨ ਕਰਕੇ, ਕਾਰਨ ਕੀ ਹੈਗਾ ਕਿ ਉਹਨਾਂ ਪ੍ਰਾਈਵੇਟ ਸੰਸਥਾਵਾਂ ਨੇ ਕਰਨਾ ਕੀ ਹੈਗਾ। ਪ੍ਰਾਈਵੇਟ ਸੰਸਥਾਵਾਂ ਦੀ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਗਾ, ਜਿਨ੍ਹਾਂ ਨੂੰ ਕੋਈ ਸਮਾਜਿਕ ਸੰਸਥਾਵਾਂ ਚਲਾ ਰਹੀਆਂ ਜਾਂ ਧਾਰਮਿਕ ਸੰਸਥਾਵਾਂ ਚਲਾ ਰਹੀਆਂ ਜਾਂ ਟਰਸਟ, ਵੱਡੇ ਟਰਸਟ ਚਲਾ ਰਹੇ। ਮੈਂ ਉਹਨਾਂ ਦੀ ਗੱਲ ਕਰ ਰਿਹਾ ਹੈਗਾ ਕਿ ਜਿਹੜੇ 2-4 ਬੰਦਿਆਂ ਨੇ ਰਲ ਕੇ ਸੁਸਾਇਟੀਆਂ ਬਣਾਈਆਂ ਜਾਂ ਟਰਸਟ ਬਣਾਏ, ਜਾਂ ਉਹ ਹੈ ਨਿੱਜੀ ਮਾਲਕੀ ਵਾਲੇ ਕਾਲਜ, ਯੂਨੀਵਰਸਿਟੀਆਂ, ਅਤੇ ਉਹ ਕਰ ਕੀ ਰਹੇ ਹੈਗੇ, ਉਹਦੇ ਵਿੱਚੋਂ ਪੈਸਾ ਕਮਾ ਰਹੇ ਆ। ਅਤੇ ਉਹ ਪੈਸਾ ਜਿਹੜਾ ਕਮਾ ਰਹੇ ਹੈਗੇ ਆ, ਉਹਦਾ ਪੈਸਾ ਕਿੱਥੋਂ ਆਉਂਦਾ? ਘੱਟ ਤਨਖਾਹਾਂ ਦਿਓ, ਵੱਧ ਫੀਸਾਂ ਲਾਓ, ਮਾਲ ਪ੍ਰੈਕਟਿਸ ਨਾਲ ਵਿਦਿਆਰਥੀਆਂ ਨੂੰ ਲੈ ਕੇ ਆਓ, ਮਾਲ ਪ੍ਰੈਕਟਿਸ ਨਾਲ ਉਹਨਾਂ ਨੂੰ ਪੈਸਾ ਕਰੋ, ਇੱਕ ਤਰ੍ਹਾਂ ਨਾਲ ਪਾਸ ਕਰੋ, ਇੱਕ ਤਰ੍ਹਾਂ ਉਹਨਾਂ ਨੂੰ ਡਿਗਰੀਆਂ ਵੰਡ ਦਿਓ। ਤਾਂ ਉਹਨਾਂ ਦੀ ਕਾਮਯਾਬੀ ਦਾ ਰਾਜ ਇਹ ਆ। ਉਹਨਾਂ ਦੀ ਕਾਮਯਾਬੀ ਦਾ ਰਾਜ ਇਸ ਗੱਲ ਵਿੱਚ ਨਹੀਂ ਕਿ ਉਹਨਾਂ ਕੋਲ ਯੋਗ ਸਟਾਫ ਆ, ਜਾਂ ਉਹ ਵਧੇਰੇ ਮਿਹਨਤੀ ਆ, ਜਾਂ ਉਹਨਾਂ ਨੂੰ ਪ੍ਰਬੰਧ ਕਰਨਾ ਆਉਂਦਾ। ਉਲਟਾ ਉਹ ਮਾਲ ਪ੍ਰੈਕਟਿਸ ਅਤੇ ਮੁਨਾਫੇ ਦੀ ਹਿਰਸ ਦੇ ਦੁਆਲੇ ਚੱਲ ਰਹੇ ਨੇ। ਤਾਂ ਅਗਲੀ ਗੱਲ ਮੈਂ ਕਹਿਣੀ ਕਿਉਂ ਪੈ ਰਹੀ, ਕਹਿਣੀ ਇਹ ਪੈ ਰਹੀ ਹੈਗੀ ਆ ਕਿ ਜਦੋਂ ਸਰਕਾਰੀ ਸੰਸਥਾਵਾਂ ਦਾ ਬੁਰਾ ਹਾਲ ਹੁੰਦਾ ਤਾਂ ਉਹਦਾ ਅਸਲ ਕਾਰਨ ਹੁਣ ਇਹ ਨਹੀਂ ਗਾ ਕਿ ਉਹ ਅਧਿਆਪਕ ਕੰਮ ਨਹੀਂ ਕਰਦੇ ਜਾਂ ਕਰਮਚਾਰੀ ਕੰਮ ਨਹੀਂ ਕਰਦੇ। ਬੁਰਾ ਹਾਲ ਹੋਣ ਦਾ ਕਾਰਨ ਇਹ ਆ ਕਿ ਸਰਕਾਰ ਨੇ ਜਦੋਂ ਗਲੋਬਲਾਈਜੇਸ਼ਨ ਦੇ ਅਧੀਨ ਨਿੱਜੀਕਰਨ ਦੀਆਂ ਨੀਤੀਆਂ ਆਈਆਂ ਤਾਂ ਉਸ ਅਧੀਨ ਕੀ ਕਰਨਾ ਸ਼ੁਰੂ ਕਰ ਦਿੱਤਾ। ਉਸ ਅਧੀਨ ਇਹ ਕਰਨਾ ਸ਼ੁਰੂ ਕਰ ਦਿੱਤਾ ਕਿ ਸਰਕਾਰ ਨੇ ਆਪਣੀ ਗ੍ਰਾਂਟ ਘਟਾਉਣੀ ਸ਼ੁਰੂ ਕਰ ਦਿੱਤੀ। ਕਿਸੇ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ 100% ਘਾਟਾ ਪੂਰਾ ਕੀਤਾ ਜਾਂਦਾ ਸੀ, ਫਿਰ ਲੰਮਾ ਸਮਾਂ 95% ਪੂਰਾ ਕੀਤਾ ਜਾਂਦਾ ਹੈ, ਫਿਰ ਹਰ ਸਾਲ 5% ਦਾ ਕੱਟ ਲਾਇਆ ਗਿਆ, ਅਤੇ 5% ਦਾ ਕੱਟ ਲਾਉਂਦੇ ਲਾਉਂਦੇ ਇਸ ਵੇਲੇ ਹਾਲਤ ਇਹ ਆ ਗਈ ਹੈ ਕਿ ਜਿਹੜਾ ਟੋਟਲ ਖਰਚਾ ਹੈਗਾ ਉਹਦਾ ਅੱਧ ਵੀ ਸਰਕਾਰ ਨਹੀਂ ਪਾਉਂਦੀ ਗੀ। ਵਿਦਿਆਰਥੀਆਂ ਤੋਂ ਫੀਸਾਂ ਇਕੱਠੀਆਂ ਕਰਨੀਆਂ ਪੈ ਰਹੀਆਂ। ਨਿਸ਼ਚੇ ਹੀ ਇਹਦਾ ਆਖਰੀ ਅਰਥ ਕੀ ਹੋਵੇਗਾ ਕਿ ਅਧਿਆਪਕਾਂ ਦੀਆਂ ਤਨਖਾਹਾਂ ਰੁਕਣਗੀਆਂ, ਫਿਰ ਅਧਿਆਪਕ ਭਰਤੀ ਘੱਟ ਕੀਤੇ ਜਾਣਗੇ, ਫਿਰ ਅਧਿਆਪਕਾਂ ਨੂੰ ਘੱਟ ਤਨਖਾਹ ਦਿੱਤੀ ਜਾਊਗੀ, ਫਿਰ ਅਧਿਆਪਕਾਂ ਨੂੰ ਕੱਚੇ ਰੱਖਿਆ ਜਾਊਗਾ। ਤਾਂ ਇਹਦੇ ਨਾਲ ਕੀ ਆ ਕਿ ਸਿੱਖਿਆ ਦਾ ਮਿਆਰ ਨੀਵਾਂ ਹੋਊਗਾ, ਡਿੱਗੇਗਾ। ਅਤੇ ਸਰਕਾਰ ਇਸ ਗੱਲ ਵੱਲ ਧਿਆਨ ਦੇਵੇ। ਅਤੇ ਇਹਦਾ ਇਹ ਕਾਰਨ ਨਹੀਂ, ਪ੍ਰਾਈਵੇਟ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੀਆਂ ਹੋਰ ਜਿਹੜੀਆਂ ਮਾਲ ਪ੍ਰੈਕਟਿਸਿਸ ਨੇ, ਮੈਂ ਉਹਨਾਂ ਬਾਰੇ ਗੱਲ ਨਹੀਂ ਕਰਦਾ ਕਿ ਕਿਵੇਂ ਉਹ ਪੋਲਿਊਸ਼ਨ ਬੋਰਡ ਨੂੰ ਧੋਖਾ ਦਿੰਦੀਆਂ ਨੇ, ਕਿਵੇਂ ਉਹ ਚੇਂਜ ਆਫ ਲੈਂਡ ਯੂਜ਼ ਦੇ ਵਿੱਚ ਕਿਸ ਤਰ੍ਹਾਂ ਦਾ ਉਹ ਘਪਲਾ ਕਰਦੀਆਂ ਨੇ। ਮੋਟੀ ਗੱਲ ਇਹ ਆ ਕਿ ਉਹ ਮੁਨਾਫੇ 'ਤੇ ਟਿਕੀ ਹੈ ਅਤੇ ਉਹਨਾਂ ਦਾ ਮੰਤਵ ਮੁਨਾਫਾ ਕਮਾਉਣਾ ਹੈ, ਜਦੋਂ ਕਿ ਸਰਕਾਰੀ ਵਿੱਦਿਅਕ ਅਦਾਰਿਆਂ ਦਾ ਕੰਮ ਸਿੱਖਿਆ ਦੇਣਾ, ਸਿੱਖਿਆ ਦਾ ਮਿਆਰ ਕਾਇਮ ਰੱਖਣਾ, ਚੰਗੇ ਨਾਗਰਿਕ ਪੈਦਾ ਕਰਨਾ ਉਹਨਾਂ ਦਾ ਕੰਮ। ਇਸ ਨੂੰ ਇਸ ਪ੍ਰਸੰਗ 'ਚ ਸਮਝਿਆ ਜਾਵੇ। ਬਹੁਤ ਵਾਰੀ ਇਸ ਤਰ੍ਹਾਂ ਦੇ ਇਲਜ਼ਾਮ ਲਾ ਦਿੱਤੇ ਜਾਂਦੇ ਆ ਕਿ ਸ਼ਾਇਦ ਸਰਕਾਰੀ ਸੰਸਥਾਵਾਂ ਵਿੱਚ ਭ੍ਰਿਸ਼ਟਾਚਾਰ ਆ,
ਸ਼ਾਇਦ ਇਹਨਾਂ ਨੂੰ ਠੀਕ ਮੈਨੇਜ ਨਹੀਂ ਕਰਨਾ ਆਉਂਦਾ। ਪਰ ਇਹ ਕਾਰਨ ਨਹੀਂ ਆ, ਕਾਰਨ ਕਿਤੇ ਹੋਰ ਪਿਆ ਹੈ। ਅਤੇ ਉਹ ਜਿਹੜਾ ਕਾਰਨ ਪਿਆ ਉਹ ਸਾਨੂੰ ਤਲਾਸ਼ਣਾ ਚਾਹੀਦਾ ਹੈ ਕਿ ਸਰਕਾਰ ਆਪਣੇ ਸਿੱਖਿਆ ਬਜਟ 'ਤੇ ਲਗਾਤਾਰ ਕੱਟ ਕਿਉਂ ਲਾ ਰਹੀ ਹੈ। ਅਤੇ ਉਹਦਾ ਕਿਤੇ ਅਰਥ ਇਹ ਤਾਂ ਨਹੀਂ ਕਿ ਉਹ ਜਾਣ ਬੁੱਝ ਕੇ ਪ੍ਰਾਈਵੇਟ ਅਦਾਰਿਆਂ ਨੂੰ ਪ੍ਰਫੁੱਲਤ ਕਰਨਾ ਚਾਹੁੰਦੀ ਆ, ਆਪਣੇ ਗਲੋਂ ਗਲਾਵਾਂ ਲਾਉਣਾ ਚਾਹੁੰਦੀ ਆ, ਅਤੇ ਪ੍ਰਾਈਵੇਟ ਅਦਾਰਿਆਂ ਨੂੰ ਖੁੱਲ੍ਹਾ ਮੁਨਾਫਾ ਕਮਾਉਣ ਦਾ ਇੱਕ ਪਾਸੇ ਸੱਦਾ ਦੇ ਰਹੀ ਆ, ਅਤੇ ਦੂਸਰੇ ਪਾਸੇ ਜਿਹੜੇ ਗਰੀਬ ਦਲਿਤ ਵਰਗ ਦੇ ਲੋਕ ਨੇ ਉਹਨਾਂ ਨੂੰ ਸਿੱਖਿਆ 'ਚੋਂ ਬਾਹਰ ਕੱਢਣਾ ਚਾਹੁੰਦੀ ਹੈ। ਬਹੁਤ ਗੰਭੀਰ ਮਸਲਾ ਹੈ। ਇਸ ਨੂੰ ਇਸ ਪ੍ਰਸੰਗ ਵਿੱਚ ਸਮਝੀਏ। ਅੱਜ ਦੀ ਇਸ ਲੜੀ ਵਿੱਚ ਇੰਨੀਆਂ ਗੱਲਾਂ।